Very good afternoon, students. 8th class ਬੱਚੋ, ਅੱਜ ਅਸੀਂ ਪੰਜਾਬੀ ਪਾਠ ਪੁਸਤਕ ਦਾ ਪਾਠ 2 ਸਬਰ ਦੀ ਦੌਲਤ ਪਾਠ ਨੂੰ ਕਰਾਂਗੇ। ਸਬਰ ਦੀ ਦੌਲਤ ਬੱਚੋ ਪਾਠ ਇੱਕ ਕਹਾਣੀ ਹੈ। ਇਸ ਕਹਾਣੀ ਵਿੱਚ ਲੇਖਕ ਨੇ ਸਬਰ ਬਾਰੇ ਸਾਨੂੰ ਦੱਸਿਆ ਹੈ। ਜਿਹੜਾ ਬੱਚੋ ਮਨੁੱਖ ਦਾ ਜੀਵਨ ਹੈ, ਮਨੁੱਖੀ ਜੀਵਨ ਵਿੱਚ ਮਨੁੱਖ ਵਿੱਚ ਕਈ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਜਿਵੇਂ ਸਹਿਨਸ਼ੀਲ, ਸ਼ਾਂਤੀ, ਦੂਜਿਆਂ ਦੀ ਭਲਾਈ ਕਰਨ ਦਾ ਗੁਣ, ਪਰਉਪਕਾਰ ਗੁਣ, ਸਵਾਭਿਮਾਨੀ, ਸਬਰ, ਸੰਤੋਖ, ਇਹ ਸਾਰੇ ਜਿਹੜੇ ਗੁਣ ਹਨ ਇਹ ਮਨੁੱਖ ਦੇ ਹਨ। ਜਿਹੜੇ ਮਨੁੱਖ ਕੋਲ ਇਹ ਗੁਣ ਹੁੰਦੇ ਹਨ ਉਹ ਆਪਣੇ ਜੀਵਨ ਨੂੰ ਸੁਖੀ ਬਣਾ ਸਕਦਾ ਹੈ ਅਤੇ ਆਪਣੇ ਜੀਵਨ ਨੂੰ ਸੁਖੀ ਢੰਗ ਨਾਲ ਜੀਵਨ ਯਾਪਨ ਕਰ ਸਕਦਾ ਹੈ। ਇਸ ਪਾਠ ਵਿੱਚ ਕਹਾਣੀ ਸੰਪਾਦਕ ਕੌਣ ਹੈ ਬੱਚੋ? ਨਰਿੰਦਰ ਸਿੰਘ ਦੁੱਗਲ ਜਾਂ ਜਸਬੀਰ ਕੌਰ। ਤੁਹਾਨੂੰ 7th ਕਲਾਸ ਵਿੱਚ ਵੀ ਦੱਸਿਆ ਗਿਆ ਸੀ, ਜਿੱਥੇ ਵੀ ਸੰਪਾਦਕ ਆਏ ਪਾਠ 'ਤੇ ਉੱਥੇ ਅਸੀਂ ਕੀ ਲਿਖਣਾ ਹੈ? ਜਾਂ ਅਸੀਂ ਲਿਖਣਾ ਹੈ ਨਰਿੰਦਰ ਸਿੰਘ ਦੁੱਗਲ ਜਾਂ ਜਸਬੀਰ ਕੌਰ। ਅਸੀਂ ਦੋਨਾਂ ਵਿੱਚੋਂ ਕੋਈ ਵੀ ਨਾਂ ਲਿਖ ਸਕਦੇ ਹਾਂ। ਅਤੇ ਇਸ ਕਹਾਣੀ ਵਿੱਚ ਲੇਖਕ ਨਰਿੰਦਰ ਸਿੰਘ ਦੁੱਗਲ ਨੇ ਬੰਦੇ ਦੀ ਸਭ ਤੋਂ ਵੱਡੀ ਦੌਲਤ ਸਬਰ ਸੰਤੋਖ ਨੂੰ ਦੱਸਿਆ ਹੈ। ਜਿਹੜੇ ਲੋਕ ਸਬਰ ਸੰਤੋਖ ਨਾਲ ਰਹਿੰਦੇ ਹਨ, ਰੱਬ ਵੀ ਉਹਨਾਂ 'ਤੇ ਖੁਸ਼ ਰਹਿੰਦਾ ਹੈ ਅਤੇ ਉਹਨਾਂ ਦੇ ਘਰ ਰੱਬ ਦਾ ਵਾਸ ਹੁੰਦਾ ਹੈ। ਹੁਣ ਅਸੀਂ ਇਸ ਪਾਠ ਵਿੱਚ ਪੜ੍ਹਾਂਗੇ ਕਿ ਕਿਸ ਤਰ੍ਹਾਂ ਇਸ ਦਾ ਜਿਹੜਾ ਮੁੱਖ ਪਾਤਰ ਸੁਰੇਸ਼ ਹੈ, ਕਿਸ ਤਰ੍ਹਾਂ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਇਹ ਪਾਠ ਬੱਚੋ 2 ਭਾਗਾਂ ਵਿੱਚ ਡਿਵਾਈਡ ਹੈ। ਸੁਰੇਸ਼ ਦਾ ਅਸੀਂ ਇਸ ਪਾਠ ਨੂੰ, ਤੁਸੀਂ ਸਾਰੇ ਬੱਚੇ ਇਸ ਪਾਠ ਦੀ ਰੀਡਿੰਗ ਮੇਰੇ ਨਾਲ ਕਰੋਗੇ। ਸੁਰੇਸ਼ ਬਾਜ਼ਾਰ ਵਿੱਚ ਚਾਹ ਦੀ ਦੁਕਾਨ ਚਲਾਉਂਦਾ ਸੀ। ਚਾਹ ਦੀ ਦੁਕਾਨ ਵਿੱਚ ਇੰਨੇ ਕੁ ਪੈਸੇ ਕਮਾ ਲੈਂਦਾ ਸੀ ਕਿ ਉਸ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਜਾਂਦਾ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਬੜਾ ਸੰਤੋਖੀ ਸੀ। ਸੰਤੋਖੀ ਕੀ ਹੁੰਦਾ? ਕਿ ਮਨੁੱਖ ਕੋਲ ਜੋ ਕੁਝ ਹੋਵੇ ਉਹ ਉਸ ਵਿੱਚ ਖੁਸ਼ ਹੈ। ਉਹ ਅਕਸਰ ਕਹਿੰਦਾ ਹੁੰਦਾ ਸੀ, ਇਹ ਪੈਸਾ ਤਾਂ ਹੱਥਾਂ ਦੀ ਮੈਲ ਹੈ, ਹੱਥਾਂ ਦੀ ਮੈਲ ਹੈ, ਬੇਕਾਰ ਚੀਜ਼ ਹੈ। ਅੱਜ ਮੇਰੇ ਕੋਲ ਹੈ, ਕੱਲ੍ਹ ਕਿਸੇ ਹੋਰ ਕੋਲ ਹੈ ਅਤੇ ਪਰਸੋਂ ਕਿਸੇ ਹੋਰ ਕੋਲ ਹੈ। ਬੰਦੇ ਨੂੰ ਸਬਰ ਸੰਤੋਖ ਨਾਲ ਜੀਣਾ ਚਾਹੀਦਾ ਹੈ। ਉਸ ਦੇ 2 ਪੁੱਤਰ ਅਤੇ 1 ਧੀ ਸੀ। ਉਸ ਦੀ ਪਤਨੀ ਵੀ ਬੜੀ ਸਬਰ ਸੰਤੋਖ ਵਾਲੀ ਸੀ। ਉਸ ਦੀ ਧੀ ਅਤੇ ਪੁੱਤਰ ਵੀ ਆਪਣੇ ਪਿਤਾ ਦੀ ਆਮਦਨ ਵਿੱਚ ਅਨੁਸਾਰ ਹੀ ਖਰਚ ਕਰਦੇ ਸਨ। ਗੱਲ ਇਹ ਸੀ ਕਿ ਘਰ ਵਿੱਚ ਹਮੇਸ਼ਾ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਸੀ। ਹਰ ਕੋਈ ਸ਼ਾਂਤੀ ਨਾਲ ਗੱਲਬਾਤ ਕਰਦਾ, ਕਦੀ ਕੋਈ ਕਿਸੇ ਨੂੰ ਨਹੀਂ ਝਿੜਕਦਾ। ਕਹਿੰਦੇ ਹਨ ਕਿ ਜਿਹੜੇ ਘਰ ਰੱਬ ਦਾ ਵਾਸ ਹੁੰਦਾ ਹੈ ਉੱਥੇ ਸਬਰ ਸੰਤੋਖ ਹੁੰਦਾ ਹੈ। ਘਰ ਦੇ ਜੀਵ ਵੀ ਕੰਮ ਕਰਨ ਤੋਂ ਕੰਨੀ ਨਾ ਕਤਰਾਉਂਦੇ, ਕੰਮ ਕਰਨ ਤੋਂ ਕਦੇ ਵੀ ਨਹੀਂ ਘਬਰਾਉਂਦੇ ਸਨ ਅਤੇ ਰੱਬ ਦੀ ਰਜ਼ਾ ਅਨੁਸਾਰ, ਅਤੇ ਰਜ਼ਾ ਕੀ ਹੁੰਦੀ ਹੈ? ਮਰਜ਼ੀ। ਰੱਬ ਦੀ ਮਰਜ਼ੀ ਦੇ ਅਨੁਸਾਰ ਹੀ ਘਰ ਨੂੰ ਚਲਾਉਂਦੇ ਸਨ। ਸੁਰੇਸ਼ ਹੈ ਬੱਚੋ, ਇਹ ਚਿੱਤਰ ਤੁਸੀਂ ਦੇਖ ਰਹੇ ਹੋ, ਇਹ ਸੁਰੇਸ਼ ਹੈ। ਉਸ ਦੀ ਚਾਹ ਦੀ ਦੁਕਾਨ ਹੈ ਅਤੇ ਉਹ ਚਾਹ ਦੀ ਦੁਕਾਨ 'ਤੇ ਇੰਨੇ ਪੈਸੇ ਕਮਾ ਲੈਂਦਾ ਹੈ ਕਿ ਉਸ ਦਾ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਜਾਂਦਾ ਹੈ। ਅਤੇ ਸਭ ਤੋਂ ਵੱਡੀ ਕੀ ਗੱਲ ਹੈ? ਉਹ ਬੜਾ ਸੰਤੋਖੀ ਹੈ, ਸੰਤੋਸ਼ ਵਾਲਾ ਹੈ। ਉਸ ਕੋਲ ਜਿੰਨਾ ਕੁਝ ਹੈ ਉਹ ਖੁਸ਼ ਹੈ। ਉਹ ਹਮੇਸ਼ਾ ਆਖਦਾ ਹੈ ਕਿ ਇਹ ਜਿਹੜਾ ਪੈਸਾ ਹੈ ਇਹ ਹੱਥਾਂ ਦੀ ਮੈਲ ਹੈ। ਅੱਜ ਸਾਡੇ ਕੋਲ ਹੈ, ਕੱਲ੍ਹ ਕਿਸੇ ਹੋਰ ਕੋਲ, ਪਰਸੋਂ ਕਿਸੇ ਹੋਰ ਕੋਲ ਹੋਏਗੀ। ਅਤੇ ਬੰਦੇ ਕੋਲ ਜੋ ਕੁਝ ਹੁੰਦਾ ਹੈ ਬੰਦੇ ਨੂੰ ਉਸੀ ਨਾਲ ਹੀ ਆਪਣਾ ਜੀਵਨ ਚਲਾਉਣਾ ਚਾਹੁੰਦਾ ਹੈ। ਉਸ ਦੇ 2 ਪੁੱਤਰ ਅਤੇ 1 ਧੀ ਹੈ। ਉਸ ਦੀ ਪਤਨੀ ਵੀ ਬੜੀ ਸਬਰ ਸੰਤੋਖ ਵਾਲੀ ਹੈ। ਉਸ ਦੀ ਧੀ ਅਤੇ ਪੁੱਤਰ ਵੀ ਆਪਣੇ ਪਿਤਾ ਦੀ ਆਮਦਨ ਦੇ ਅਨੁਸਾਰ ਖਰਚ ਕਰਦੇ ਹਨ।
गल ये है कि पूरे जिहड़ा परिवार का माहौल है बड़ा खुशी वाला है। घर विच सारे बड़े प्यार नाल शांति नाल गल करते हैं, कदी किसी नूं कोई भी झिड़क के जां गुस्से नाल नहीं पैंदा। कहते हैं कि जिहड़े लोग ये जे घरां विच किस दा वास हुंदा है? परमात्मा दा। ਜਿਹੜੇ ਸਬਰ ਸੰਤੋਖ ਨਾਲ ਰਹਿੰਦੇ ਹਨ, ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ, ਸਭ ਦੇ ਨਾਲ ਪਿਆਰ ਦੇ ਨਾਲ ਬੋਲਦੇ ਹਨ, ਜੋ ਕੁਝ ਉਹਨਾਂ ਕੋਲ ਹੈ ਉਸ ਵਿੱਚ ਹੀ ਖੁਸ਼ ਹਨ, ਉਸ ਘਰ ਵਿੱਚ ਕਿਸ ਦਾ ਵਾਸ ਹੁੰਦਾ ਹੈ ਬੱਚੋ? ਪਰਮਾਤਮਾ ਦਾ ਵਾਸ ਹੁੰਦਾ ਹੈ ਤੇ ਉਹ ਆਪਣੀ ਰੱਬ ਦੀ ਰਜ਼ਾ ਦੇ ਅਨੁਸਾਰ ਹੀ ਚੱਲਦੇ ਹਨ। ਸੁਰੇਸ਼ ਦੇ ਘਰ ਵਿੱਚ ਸਭ ਕੁਝ ਹੈ, ਪੈਸੇ ਦੀ ਹਿਰਸ ਉਸ ਨੂੰ ਕਦੀ ਵੀ ਨਹੀਂ ਸੀ। ਉਹ ਇੱਕ ਦਿਨ ਆਪਣੀ ਦੁਕਾਨ 'ਤੇ ਸੁਰੇਸ਼ ਦੇ ਘਰ ਵਿੱਚ ਸਭ ਕੁਝ ਸੀ, ਉਸ ਨੂੰ ਕਦੀ ਵੀ ਇਹ ਨਹੀਂ ਸੀ ਕਿ ਮੇਰੇ ਕੋਲ ਪੈਸਾ ਨਹੀਂ ਹੈ। ਉਸ ਕੋਲ ਜਿੰਨਾ ਸੀ ਉਹ ਖੁਸ਼ ਸੀ। ਇੱਕ ਦਿਨ ਆਪਣੀ ਉਹ ਦੁਕਾਨ 'ਤੇ ਚਾਹ ਬਣਾ ਰਿਹਾ ਸੀ, ਚਾਹ ਬਣਾਉਣ ਵਿੱਚ ਮਸਤ ਸੀ ਕਿ ਇੱਕ ਸਾਧੂ ਆਇਆ। ਉਹ ਸੁਰੇਸ਼ ਦੇ ਮੱਥੇ ਨੂੰ ਪੜ ਕੇ ਕਹਿਣ ਲੱਗਾ ਕਿ ਹੁਣ ਤੇਰਾ ਸਮਾਂ ਬਦਲਣ ਵਾਲਾ ਹੈ, ਤੇਰੀ ਕਿਸਮਤ ਪਲਟਣ ਵਾਲੀ ਹੈ। ਤੂੰ ਮੈਨੂੰ ਲੱਗਦਾ ਹੈ ਕਿ ਤੂੰ ਕੁਝ ਹੀ ਸਮੇਂ ਬਾਅਦ ਕਰੋੜਾਂ ਵਿੱਚ ਖੇਡੇਗਾ। ਇੱਕ ਦਿਨ ਸੁਰੇਸ਼ ਬੈਠਾ ਆਪਣੀ ਦੁਕਾਨ 'ਤੇ ਚਾਹ ਬਣਾਉਣ ਵਿੱਚ ਮਸਤ ਸੀ। ਇੰਨੇ ਵਿੱਚ ਇੱਕ ਸਾਧੂ ਆਇਆ। ਸਾਧੂ ਆ ਕੇ ਸੁਰੇਸ਼ ਨੂੰ ਆਖਦਾ ਹੈ ਕਿ ਭਗਤਾ, ਤੈਨੂੰ ਇੱਕ ਰਾਜ ਦੀ ਗੱਲ ਦੱਸਾਂ ਕਿ ਤੇਰਾ ਸਮਾਂ ਬਦਲਣ ਵਾਲਾ ਹੈ, ਤੇਰੀ ਕਿਸਮਤ ਪਲਟਣ ਵਾਲੀ ਹੈ ਤੇ ਮੈਂ ਤੈਨੂੰ ਕੁਝ ਸਮੇਂ ਬਾਅਦ ਹੀ ਤੂੰ ਕਰੋੜਪਤੀ ਬਣ ਜਾਏਗਾ। ਮਹਾਤਮਾ ਨੇ ਉਸ ਨੂੰ ਇਹ ਗੱਲ ਕਿਹਾ, ਪਰ ਸੁਰੇਸ਼ ਨੇ ਉਸ ਵੱਲ ਕੋਈ ਵੀ ਧਿਆਨ ਨਾ ਦਿੱਤਾ ਤੇ ਉਸਨੇ ਕੀ ਕਿਹਾ? ਮਹਾਤਮਾ ਜੀ ਮੈਂ ਇੰਨੇ ਵਿੱਚ ਹੀ ਖੁਸ਼ ਹਾਂ, ਮੈਨੂੰ ਕਰੋੜਾਂ ਰੁਪਏ ਨਹੀਂ ਚਾਹੀਦੇ, ਮੈਂ ਆਪਣੀ ਇੰਨੀ ਕਮਾਈ ਵਿੱਚ ਹੀ ਸੰਤੁਸ਼ਟ ਹਾਂ। ਆ ਲੋ ਤੁਸੀਂ ਚਾਹ ਦਾ ਕੱਪ ਪੀਓ। ਸੁਰੇਸ਼ ਬੋਲਿਆ ਤੇ ਸੁਰੇਸ਼ ਨੇ ਕੀ ਕਿਹਾ? ਮਹਾਤਮਾ ਜੀ ਮੇਰੇ ਕੋਲ ਜੋ ਕੁਛ ਹੈ ਮੈਂ ਉਸ ਵਿੱਚ ਖੁਸ਼ ਹਾਂ, ਮੈਨੂੰ ਕਰੋੜਾਂ ਰੁਪਏ ਨਹੀਂ ਚਾਹੀਦੇ, ਮੈਂ ਆਪਣੀ ਇੰਨੀ ਕਮਾਈ ਵਿੱਚ ਹੀ ਸੰਤੁਸ਼ਟ ਹਾਂ, ਤੁਸੀਂ ਚਾਹ ਦਾ ਕੱਪ ਪੀਓ। ਸੁਰੇਸ਼ ਨੇ ਉਹਨਾਂ ਨੂੰ ਬੋਲਿਆ। ਮਹਾਤਮਾ ਜੀ ਨੇ ਚਾਹ ਦਾ ਕੱਪ ਲਿਆ ਤੇ ਚੁਸਕੀ ਭਰੀ ਚਾਹ ਪੀਤੀ ਤੇ ਉਸਨੇ ਕਿਹਾ, ਭਗਤਾ ਮੈਂ ਕੋਈ ਝੂਠ ਨਹੀਂ ਬੋਲਦਾ, ਮੈਂ ਤੇਰੀ ਮੱਥੇ ਦੀ ਲਕੀਰਾਂ ਪੜ੍ਹ ਲਈਆਂ। ਮੱਥੇ ਦੀ ਲਕੀਰਾਂ ਕੀ ਹੁੰਦੀਆਂ? ਭਾਗਿਆ, ਕਿ ਮੈਂ ਤੇਰਾ ਭਾਗ ਪੜ੍ਹ ਲਿਆ ਹੈ। ਇੰਨਾ ਕਹਿੰਦੇ ਹੀ ਮਹਾਤਮਾ ਜੀ ਉੱਥੋਂ ਚਲੇ ਗਏ ਤੇ ਸੁਰੇਸ਼ ਨੇ ਮਹਾਤਮਾ ਦੀ ਗੱਲ ਵੱਲ ਕੋਈ ਵੀ ਧਿਆਨ ਨਾ ਦਿੱਤਾ। ਕੁਝ ਦਿਨ ਬੀਤ ਗਏ। ਇੱਕ ਦਿਨ ਲਾਟਰੀਆਂ ਵੇਚਣ ਵਾਲਾ ਉਸ ਦੀ ਦੁਕਾਨ 'ਤੇ ਆ ਗਿਆ ਤੇ ਚਾਹ ਪੀਣ ਤੋਂ ਬਾਅਦ ਉਸਨੇ ਸੁਰੇਸ਼ ਨੂੰ ਇੱਕ ਲਾਟਰੀ ਦਾ ਟਿਕਟ ਖਰੀਦਣ ਲਈ ਕਿਹਾ। ਸੁਰੇਸ਼ ਨੇ ਕਿਹਾ ਕਿ ਮੈਂ ਲਾਟਰੀ ਦਾ ਟਿਕਟ ਨਹੀਂ ਖਰੀਦਣਾ, ਪਰ ਉਹ ਬਾਰ-ਬਾਰ ਕਹਿਣ 'ਤੇ ਉਸਨੇ ਸੁਰੇਸ਼ ਤੋਂ ਇੱਕ ਲਾਟਰੀ ਦਾ ਟਿਕਟ ਹਵਾਲੇ ਕਰ ਦਿੱਤਾ तो सुरेश ने उसनों पैसे दे दिते तो वह चला गया। सुरेश नूं याद भी नहीं सी कि उसने एक लाटरी का टिकट खरीदिया है। वो तो बाबे नानक की उपदेश अनुसार ही चलता सी। बाबा नानक गुरु नानक देव कौन हैं बच्चों? सिखा दे पहले गुरु श्री गुरु नानक देव जी, जिहड़े सानू उपदेश देंदे हैं, जिहड़े सानू ये सिक्ख्या देंदे हैं। की सिक्ख्या देंदे हैं? किरत करो, किरत करो, मेहनत करो, नाम जपो, नाम जपो, परमात्मा का नाम सिमरन करो अते वंड के चको, वंड के चको। जो कुछ भी साडे कोल है सानू दूजे लोकां नूं भी देना चाहिए है। रल मिल के सानू खाना चाहिए है, वंड के सीखना चाहिए है। वो सवेर तो लैके शाम तक किरत करता सी। किरत की हुंदा? मेहनत करता सी। रब नूं हमेशा याद रखता सी ते गरीब गरोबे की अक्सर मदद करता सी। वो सारा दिन मेहनत करता, परमात्मा का नाम सिमरन करता ते अगर उस कोल कुछ पैसा गरीब दी मजदूर लोगों की वो मदद भी करता था। एक दिन सुरेश अपने ध्यान विच बैठा अखबार पढ़ रहा सी कि वही लाटरी दिया टिकट बेचन वाला आया ते कहन लगा, सुरेश तुहाडा ही ना है? जिस कोलों सुरेश ने कदे लाटरी खरीदी सी वो लाटरी बेचन वाला सुरेश कोल आया तो उसनू कहन लगा, सुरेश तुहाडा ही ना है? उसने कहा, हाँ जी मेरा नाम ही सुरेश है।
भाई साहब ਤੁਸੀਂ ਕੁਝ ਦਿਨ ਪਹਿਲਾਂ ਮੇਰੇ ਕੋਲ ਇੱਕ ਟਿਕਟ ਖਰੀਦੀ ਸੀ, ਪਤਾ ਨਹੀਂ ਕਿੱਥੇ ਹੈ। ਦੇਖਦਾ ਹਾਂ ਸ਼ਾਇਦ ਗੱਲੇ ਵਿੱਚ ਪਈ ਹੋਈ। ਸੁਰੇਸ਼ ਨੇ ਗੱਲੇ ਵਿੱਚ ਵੇਖਿਆ ਤੇ ਉਸਨੂੰ ਕੋਈ ਵੀ ਟਿਕਟ, ਇੱਕ ਮੈਲੀ ਜਿਹੀ ਉਸਨੇ ਇੱਕ ਪਰਚੀ ਕੱਢੀ ਤੇ ਉਸਨੇ ਕਿਹਾ, ਦੇਖ ਭਾਈ ਕਿ ਇਹ ਇਹੀ ਟਿਕਟ ਹੈ। ਤੇ ਉਸਨੇ ਖੁਸ਼ ਹੁੰਦਿਆਂ ਕਿਹਾ, ਬਸ ਇਹੀ ਟਿਕਟ ਹੈ। ਕੀ ਹੈ ਇਹ? ਬਸ ਇਹੀ ਹੈ। ਸੁਰੇਸ਼ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਈ, ਤੁਹਾਡਾ 10 ਕਰੋੜ ਦਾ ਇਨਾਮ ਨਿਕਲਿਆ ਹੈ। ਤੁਸੀਂ ਮੇਰੇ ਨਾਲ ਡੀਸੀ ਦਫ਼ਤਰ ਵੱਲ ਚਲੋ ਤੇ ਆਪਣਾ ਇਨਾਮ ਪ੍ਰਾਪਤ ਕਰੋ। ਤੇ ਉਸ ਲਾਟਰੀ ਵਾਲੇ ਨੇ ਸੁਰੇਸ਼ ਜੀ ਨੇ ਕੀ ਕਿਹਾ? ਬੜਾ ਖੁਸ਼ ਹੋਇਆ। ਹਾਂ ਬਸ ਇਹੀ ਹੈ ਸੁਰੇਸ਼ ਜੀ, ਤੁਹਾਡੇ 10,000 ਦਾ ਤੁਹਾਨੂੰ ਬਹੁਤ ਬਹੁਤ ਵਧਾਈ ਹੋਏ, ਤੁਹਾਡਾ 10 ਕਰੋੜ ਦਾ ਇਨਾਮ ਨਿਕਲਿਆ ਹੈ। ਤੁਸੀਂ ਅੱਜ ਮੇਰੇ ਨਾਲ ਡੀਸੀ ਦਫ਼ਤਰ ਚਲੋ ਤੇ ਆਪਣਾ ਇਨਾਮ ਪ੍ਰਾਪਤ ਕਰੋ। ਠੀਕ ਹੈ ਬੱਚੋ, ਅੱਜ ਅਸੀਂ ਇਹ ਪਾਠ ਇੰਨਾ ਹੀ ਪੜ੍ਹਾਂਗੇ। ਇਹ ਜਿਹੜਾ ਅੱਜ ਅਸੀਂ ਪਾਠ ਪੜ੍ਹਿਆ, ਇਹ ਸੁਰੇਸ਼ ਦਾ ਉਹ ਜੀਵਨ ਹੈ ਜਿਹੜਾ ਉਸਦੇ ਪੈਸੇ ਆਉਣ ਤੋਂ ਪਹਿਲੇ ਦਾ ਜੀਵਨ ਹੈ। ਠੀਕ ਹੈ, ਇਸ ਤੋਂ ਬਾਅਦ ਉਸ ਤੋਂ ਅੱਗੇ ਕੀ ਹੁੰਦਾ ਉਹ ਅਸੀਂ ਕੱਲ੍ਹ ਪੜ੍ਹਾਂਗੇ। ਅੱਜ ਦੀ ਜਿਹੜੀ ਸਾਡੀ ਪਾਠ ਦੀ ਕਹਾਣੀ ਸੀ ਉਹ ਐਡੀ ਹੈ। ਉਸ ਤੋਂ ਬਾਅਦ ਅਸੀਂ ਕੱਲ੍ਹ ਬਾਕੀ ਦਾ ਪਾਠ ਕਰਾਂਗੇ।